ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਚੈਨਲ ਧਰਤਲ ਕਾ ਵੀ ਸਵਾਗਤ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੰਸਾਰ ਆਗਮਨ ਦੇ ਸੰਬੰਧ ਵਿੱਚ ਖਿਆਲ ਦਿੱਤਾ। ਕਹਿਣ ਲੱਗੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਅਗਿਆਨ ਦਾ ਹਨੇਰਾ ਮੁੱਕ ਗਿਆ ਤੇ ਗਿਆਨ ਦੇ ਚਾਨਣ ਦਾ ਪ੍ਰਕਾਸ਼ ਹੋ ਗਿਆ। ਜਿਵੇਂ ਸੂਰਜ ਦੇ ਉਦੇ ਹੋਣ ਨਾਲ ਤਾਰਿਆਂ ਅਤੇ ਹਨੇਰੇ ਦੀ ਵਿਦਾਈ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਦਰਜ ਬਾਣੀ ਭਾਵੇਂ ਉਹ ਗੁਰੂ ਸਾਹਿਬਾਨ ਦੀ ਹੈ ਜਾਂ ਸੰਤ ਮਹਾਂਪੁਰਸ਼ ਭਗਤਾਂ ਦੀ, ਸਭ ਨੇ ਸਭੇ ਸਾਂਝੀ ਵਾਲਤਾ ਦਾ ਹੋਕਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੱਚੀ ਮਾਨਵਤਾ ਦਾ ਰਹਿਬਰ ਬਣਾਇਆ। ਗਿਆਨ ਦੇ ਚਾਨਣ ਦਾ ਪਹਾੜ ਜੋ ਸੁਚੱਜੇ ਤੇ ਤਸੱਲੀ ਬਖਸ਼ ਜੀਵਨ ਦਾ ਪ੍ਰੋਟੋਕੋਲ ਹੈ। ਇਹ ਜ਼ਿੰਮੇਵਾਰੀ ਸਿੱਖ ਸਮਾਜ ਦੀ ਸੀ ਤੇ ਉਸ ਤੋਂ ਵੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਉਹ ਗੁਰੂ ਨਾਨਕ ਦੀ ਸੋਚ, ਵਿਚਾਰਧਾਰਾ ਜਾਂ ਆਈਡੀਓਲੋਜੀ ਨੂੰ ਸੰਸਾਰ ਸਾਹਮਣੇ ਰੱਖਦੇ। ਧਰਮਾਂ, ਮਜ਼ਹਬਾਂ, ਕੌਮਾਂ, ਕਬੀਲਿਆਂ ਤੇ ਜਾਤਾਂ ਪਾਤਾਂ ਤੋਂ ਅੱਗੇ ਜਾ ਕੇ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੀ ਸਿਫਤ ਸਲਾਹ ਵਾਸਤੇ ਪ੍ਰੇਰਿਤ ਕਰਦੇ। 1920 ਵਿੱਚ ਹੋਏ ਅੰਦੋਲਨ ਗੁਰਦੁਆਰਾ ਸੁਧਾਰ ਲਹਿਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਜਿਸ ਦਾ ਮੁੱਖ ਜ਼ਿੰਮਾ ਹੀ ਗੁਰਦੁਆਰਿਆਂ ਦੀ ਸਾਂਭ ਸੰਭਾਲ, ਮਰਿਆਦਾ ਅਤੇ ਪਰੰਪਰਾਵਾਂ ਦੇ ਨਿਰਵਾਹ ਕਰਨਾ ਸੀ। ਗੁਰਦੁਆਰੇ ਜਾਤ, ਧਰਮ, ਕੌਮ, ਕਬੀਲੇ, ਵਸੀਲੇ, ਊਚ ਨੀਚ ਅਤੇ ਖਿੱਤਿਆਂ ਦੀ ਵੰਡ ਤੋਂ ਦੂਰ ਸਨ। ਵਰਨ ਵੰਡ ਦਾ ਸਿੱਖ ਧਰਮ ਵਿੱਚ ਕੋਈ ਸਥਾਨ ਹੀ ਨਹੀਂ ਸੀ। ਪਰ ਕਰੀਬ 550 ਸਾਲ ਦੇ ਸਮੇਂ ਵਿੱਚ ਹੀ ਵਰਨ ਵੰਡ ਤੇ ਜਾਤ ਪਾਤ, ਊਚ ਨੀਚ ਸਿੱਖਾਂ ਵਿੱਚ ਘਰ ਕਰ ਗਈ। ਸਿੱਟੇ ਵਜੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਅਨੇਕਾਂ ਗੁਰਦੁਆਰੇ ਹੋਂਦ ਵਿੱਚ ਆ ਗਏ। ਪਹਿਲਾਂ ਤਾਂ ਇਹਨਾਂ ਗੁਰਦੁਆਰਿਆਂ ਦੇ ਨਿਰਮਾਣ ਦੇ ਕੋਈ ਵਿਸ਼ੇਸ਼ ਕਾਰਨ ਸਾਹਮਣੇ ਨਾ ਆ ਸਕੇ, ਪਰ ਸਮੇਂ ਦੇ ਨਾਲ ਇਹਨਾਂ ਦੇ ਨਿਰਮਾਣ ਪਿੱਛੇ ਲੁਕੇ ਅਨੇਕਾਂ ਗੈਰ ਮਰਿਆਦਤ, ਗੈਰ ਪਰੰਪਰਾਗਤ ਤੇ ਜਾਤੀ ਤਰਜੀਹਾਂ ਆਧਾਰਿਤ ਹੋਛੀ ਸੋਚ ਸਪਸ਼ਟ ਹੋ ਗਈ। ਇਸ ਪੱਖੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਬੜੀ ਉਦਾਸੀਨ ਰਹੀ ਤੇ ਅਲੱਗ-ਅਲੱਗ ਫਿਰਕੇ ਵੱਖਰੇ-ਵੱਖਰੇ ਗੁਰਦੁਆਰੇ ਬਣਾਉਣ ਵਿੱਚ ਰੁਚੀ ਲੈਣ ਲੱਗ ਪਏ। ਭਾਵੇਂ ਇਸ ਪਿੱਛੇ ਜ਼ਿਆਦਾ ਕਾਰਨ ਚੌਧਰ ਆਧਾਰਿਤ ਸਨ, ਪਰ ਫਿਰਕੇ ਦੀ ਸੋਚ ਭਾਰੂ ਸੀ। ਜੱਟਾਂ ਦਾ ਗੁਰਦੁਆਰਾ, ਮਜ਼੍ਹਬੀਆਂ ਦਾ ਗੁਰਦੁਆਰਾ, ਰਾਮਗੜੀਆਂ ਦਾ ਗੁਰਦੁਆਰਾ, ਆਦ ਧਰਮੀਆਂ ਦਾ ਗੁਰਦੁਆਰਾ, ਸਿੰਧੀਆਂ ਦਾ ਗੁਰਦੁਆਰਾ ਆਦਿ। ਇੱਥੋਂ ਤੱਕ ਕਿ ਕਈ ਸੰਪਰਦਾਵਾਂ ਨੇ ਵੀ ਆਪਣੇ ਵੱਖਰੇ ਗੁਰਦੁਆਰੇ ਸਥਾਪਿਤ ਕਰ ਲਏ, ਜਿਸ ਵਿੱਚ ਨਿਹੰਗ, ਨਾਨਕਸਰੀਏ ਤੇ ਨਾਮਧਾਰੀ ਆਦਿ ਪ੍ਰਮੁੱਖ ਸਨ। ਇੱਥੋਂ ਤੱਕ ਕਿ ਇਹਨਾਂ ਸੰਪਰਦਾਵਾਂ ਨੇ ਕੇਸੀ ਨਿਸ਼ਾਨ ਸਾਹਿਬ ਤੋਂ ਵੀ ਕਿਨਾਰਾ ਕਰ ਲਿਆ। ਭਾਵੇਂ ਕੁਝ ਲੋਕਾਂ ਨੂੰ ਇਹ ਤਰਕ ਕੁਝ ਉਕਸਾਊ ਤੇ ਅਜੀਬ ਲੱਗੇ, ਪਰ ਇਹ ਸੱਚ ਹੈ ਕਿ 10 ਗੁਰੂ ਸਾਹਿਬਾਨ ਨੇ ਜਿਨ੍ਹਾਂ ਪਰਿਵਾਰਾਂ ਵਿੱਚ ਪ੍ਰਕਾਸ਼ ਧਾਰਿਆ, ਉਹ ਸਾਰੇ ਖੱਤਰੀ ਸਮੁਦਾਇ ਨਾਲ ਸੰਬੰਧਿਤ ਸਨ, ਜਿਨ੍ਹਾਂ ਨੂੰ ਅਰੋੜੇ ਸਿੱਖ ਵੀ ਕਿਹਾ ਜਾਂਦਾ ਹੈ ਤੇ ਅੱਜ ਕੱਲ ਭਾਪੇ ਕਹਿ ਕੇ ਮਖੌਲ ਉਡਾਇਆ ਜਾਂਦਾ ਹੈ। ਭਾਵੇਂ ਖੁਦ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਜਾਂ ਬਾਅਦ ਵਿੱਚ ਕਿਸੇ ਵੀ ਵਿਦਵਾਨ ਨੇ ਉਹਨਾਂ ਦੀ ਜਾਤ, ਗੋਤਰ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਜਾਤ ਪਾਤ, ਊਚ ਨੀਚ ਦੇ ਬੰਧਨ ਤੋਂ ਮੁਕਤ ਸੀ। ਗੁਰੂ ਨਾਨਕ ਸਾਹਿਬ ਦਾ ਪਰਿਵਾਰ ਬੇਦੀ, ਗੁਰੂ ਅੰਗਦ ਦੇਵ ਜੀ ਦਾ ਤ੍ਰਿਹਨ ਤੇ ਗੁਰੂ ਅਮਰਦਾਸ ਜੀ ਦਾ ਭੱਲੇ ਅਤੇ ਉਸ ਤੋਂ ਬਾਅਦ ਦੇ 7 ਗੁਰੂ ਸਾਹਿਬਾਨ ਸੋਢੀ ਗੋਤਰ ਦੇ ਸਨ, ਜੋ ਖੱਤਰੀ ਅਰੋੜਿਆਂ ਦੀਆਂ ਉਪਜਾਤਾਂ ਸਨ। ਭੱਟਾਂ ਦੇ ਸੋਈਆਂ ਵਿੱਚ ਇਸ ਦਾ ਜ਼ਿਕਰ ਸਾਹਮਣੇ ਆਉਂਦਾ ਹੈ, ਖਾਸ ਤੌਰ ਤੇ ਤੀਜੇ ਪਾਤਸ਼ਾਹ ਅਤੇ ਉਪਰੰਤ 7 ਗੁਰੂ ਸਾਹਿਬਾਨ ਜੀ ਦਾ। ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣ ਆਵੇ ਅਤੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵੇ। ਇਸ ਤੋਂ ਬਾਅਦ ਅਨੇਕਾਂ ਜਿਵੇਂ ਸੋਢੀ ਸਿਸ਼ਟ ਸਕਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ ਅਤੇ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਬਚਿੱਤਰ ਨਾਟਕ ਦੇ ਭਾਗ 5ਵਾਂ ਨਾਰਦ ਛੰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵੀ 3 ਬੇਦੀਆਂ ਕੀ ਕੁਲ ਬਿਖੈ ਪ੍ਰਗਟੈ ਨਾਨਕ ਰਾਏ ਦਾ ਜ਼ਿਕਰ ਕੀਤਾ ਹੈ। ਇਹ ਕਿੰਨਾ ਅਜੀਬ ਸੰਜੋਗ ਹੈ ਕਿ ਜਿਨ੍ਹਾਂ ਕੁੱਲਾਂ ਜਾਂ ਗੋਤਰਾਂ ਵਿੱਚ ਗੁਰੂ ਸਾਹਿਬ ਨੇ ਪ੍ਰਕਾਸ਼ ਧਾਰਿਆ, ਉਹਨਾਂ ਨੇ ਵੱਖਰੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਨੂੰ ਨਕਾਰ ਕੇ ਗੁਰੂ ਦੀਆਂ ਪਰੰਪਰਾਵਾਂ ਦਾ ਮਾਣ ਰੱਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਹੈ ਕਿ ਅਜਿਹੇ ਨਾਮ ਵਾਲੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰਕੇ ਕਿਸੇ ਵਿਸ਼ੇਸ਼ ਫਿਰਕੇ ਜਾਂ ਸਮੁਦਾਇ ਦੇ ਨਾਮ ਨੂੰ ਗੁਰਦੁਆਰਾ ਸਾਹਿਬ ਨਾਲੋਂ ਵੱਖਰਾ ਕਰਨ ਦਾ ਯਤਨ ਕਰੇ। ਅਜਿਹਾ ਹੋ ਪਾਏਗਾ ਸ਼ੱਕੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਨਿਰਣਾਇਕ ਫੈਸਲੇ ਲੈਣ ਤੋਂ ਅਸਮਰੱਥ ਜੀ ਹੋ ਗਈ ਹੈ। ਉਹ ਸਿਰਫ ਤਖਤਾਂ ਦੇ ਜਥੇਦਾਰ ਬਦਲ ਸਕਦੀ ਹੈ, ਜਾਤਾਂ ਪਾਤਾਂ ਦੇ ਭਰਮ ਨਹੀਂ। ਅੱਜ ਦਾ ਐਪੀਸੋਡ ਆਪ ਜੀ ਨੂੰ ਕਿਹਾ ਜਿਹਾ ਲੱਗਾ, ਕਮੈਂਟਸ ਵਿੱਚ ਜ਼ਰੂਰ ਦੱਸਣਾ। ਇੱਕ ਲਾਈਕ ਤੇ ਸਬਸਕ੍ਰਾਈਬ ਤਾਂ ਬਣਦਾ ਹੀ ਹੈ।